ਸਮੂਹ ਖਾਲਸਾ ਕਾਲਜ ਪਰਿਵਾਰ ਦੇ ਨਾਲ 10ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਉਂਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਜੀ ਦੀ ਕੁੱਖੋਂ 15 ਅਪ੍ਰੈਲ 1563 ਈਸਵੀ ਨੂੰ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੋਇਆ। ਗੁਰੂ ਸਾਹਿਬ ਆਪਣੇ ਦੋਨਾਂ ਭਰਾਵਾਂ ਪ੍ਰਿਥੀ ਚੰਦ ਤੇ ਮਹਾਦੇਵ ਤੋਂ ਉਮਰ ਵਿੱਚ ਤਾਂ ਭਾਵੇਂ ਛੋਟੇ ਸਨ, ਪਰ ਆਪ ਸੂਝ-ਬੂਝ ਤੇ ਸੋਚ ਤੋਂ ਵੱਡੇ ਸਨ। ਗੁਰੂ ਸਾਹਿਬ ਸ਼ੁਰੂ ਤੋਂ ਹੀ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੀ ਸੇਵਾ ਤੇ ਭਗਤੀ ਦੇ ਵਿੱਚ ਮਗਨ ਰਹਿੰਦੇ। ਜਵਾਨ ਹੋਏ ਤਾਂ ਆਪ ਜੀ ਦੀ ਸ਼ਾਦੀ ਜ਼ਿਲ੍ਹਾ ਜਲੰਧਰ ਦੇ ਪਿੰਡ ਮਊ ਦੇ ਵਸਨੀਕ ਸ੍ਰੀ ਕ੍ਰਿਸ਼ਨ ਚੰਦ ਦੀ ਸਪੁੱਤਰੀ ਸ੍ਰੀ ਗੰਗਾ ਦੇਵੀ ਜੀ ਦੇ ਨਾਲ ਹੋਈ। ਰਾਮਦਾਸ ਗੁਰੂ ਜਗਤਾਰਨ ਕੋ ਗੁਰਜੋਤ ਅਰਜਨ ਮਾਹੇਤਰੀ। 2 ਸਤੰਬਰ 1581 ਈਸਵੀ ਨੂੰ ਚੌਥੇ ਪਾਤਸ਼ਾਹ ਨੇ ਆਪ ਜੀ ਨੂੰ ਗੁਰਗੱਦੀ ਸੌਂਪ ਦਿੱਤੀ ਤੇ ਗੁਰਾਂ ਦੇ ਆਪ ਸਿੱਖਾਂ ਦੇ 5ਵੇਂ ਗੁਰੂ ਸਥਾਪਿਤ ਹੋਏ। ਇਸ ਤੋਂ ਬਾਅਦ ਕੋਈ 25 ਕੁ ਸਾਲ ਦਾ ਗੁਰਿਆਈ ਸਮਾਂ ਬਿਤਾ ਕੇ 1606 ਈਸਵੀ ਦੇ ਵਿੱਚ ਆਪ ਜਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਹੋਇਆਂ ਸ਼ਹੀਦ ਹੋਏ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਗੁਰਪੁਰਬ ਤੇ ਉਸ ਮਹਾਨ ਦਾਤੇ ਦੇ ਵੱਡੇ ਪਰਉਪਕਾਰਾਂ ਦੇ ਵਿੱਚੋਂ ਕੁਝ ਇੱਕ ਨੂੰ ਯਾਦ ਕਰਦਿਆਂ ਹੋਇਆਂ ਆਓ ਅੱਜ ਸ਼ਰਧਾਂਜਲੀ ਦੇਣ ਦੀ ਇੱਕ ਕੋਸ਼ਿਸ਼ ਕਰਦੇ ਹਾਂ। ਸ੍ਰੀ ਦਰਬਾਰ ਸਾਹਿਬ ਜੀ ਦੀ ਸਥਾਪਨਾ। ਗੁਰੂ ਅਰਜਨ ਦੇਵ ਜੀ ਨੇ ਚੌਥੇ ਪਾਤਸ਼ਾਹ ਵੱਲੋਂ ਆਰੰਭੇ ਗਏ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਸੰਪੂਰਨ ਕੀਤਾ। ਚੌਥੇ ਪਾਤਸ਼ਾਹ ਵੱਲੋਂ ਸਰੋਵਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਸੀਗਾ ਤੇ ਗੁਰੂ ਅਰਜਨ ਦੇਵ ਜੀ ਨੇ ਸੰਗਤਾਂ ਦੀ ਮਦਦ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਪੱਕੀਆਂ ਇੱਟਾਂ ਦੇ ਭੱਠੇ ਲਵਾਏ ਤੇ ਫਿਰ ਸਿੱਖ ਸੰਗਤਾਂ ਦੀ ਸਹਾਇਤਾ ਦੇ ਨਾਲ ਹੀ ਸਰੋਵਰ ਨੂੰ ਚਾਰੇ ਪਾਸਿਆਂ ਤੋਂ ਪੱਕਿਆਂ ਕੀਤਾ ਗਿਆ। ਹੇਠਾਂ ਪੌੜੀਆਂ ਜੋ ਪੱਕੀਆਂ ਪੌੜੀਆਂ ਨੇ ਉਤਾਰੀਆਂ ਗਈਆਂ। ਫਿਰ ਇਸ ਅੰਮ੍ਰਿਤਸਰ ਦੇ ਨਾਂ ਦੇ ਸਰੋਵਰ ਦੇ ਬਿਲਕੁਲ ਐਨ ਵਿਚਕਾਰ ਸਿੱਖ ਧਰਮ ਦੇ ਪਹਿਲੇ ਧਾਰਮਿਕ ਸਥਾਨ ਦੀ ਨੀਂਹ ਮੁਸਲਮਾਨ ਫਕੀਰ ਸਾਈਂ ਮੀਆਂ ਮੀਰ ਜੀ ਕੋਲੋਂ ਰਖਵਾ ਕੇ ਗੁਰੂ ਅਰਜਨ ਦੇਵ ਜੀ ਨੇ ਧਾਰਮਿਕ ਅਕੀਦਿਆਂ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਇਆ। ਰੂਹਾਨੀਅਤ ਦਾ ਇਹ ਕੇਂਦਰ ਅੱਜ ਤੱਕ ਇੱਥੇ ਲੱਖਾਂ ਹੀ ਲੋਕ ਬਿਨਾਂ ਕਿਸੇ ਭੇਦਭਾਵ ਤੇ ਵਿਤਕਰੇ ਤੋਂ ਆ ਕੇ ਨਤਮਸਤਕ ਹੁੰਦੇ ਹਨ ਤੇ ਕੋਈ 1 ਲੱਖ ਦੇ ਕਰੀਬ ਰੋਜ਼ਾਨਾ ਸੰਗਤ ਦੇ ਨਾਲ ਗੁਰੂ ਕੇ ਲੰਗਰਾਂ ਦੇ ਵਿੱਚ ਪੰਗਤ ਦਾ ਆਨੰਦ ਮਾਣਨ ਦਾ ਸੁਭਾਗ ਵੀ ਪ੍ਰਾਪਤ ਹੁੰਦਾ ਹੈ। ਨਿਰਮਲ ਜਲ ਦੀਆਂ ਉੱਠਦੀਆਂ ਲਹਿਰਾਂ ਤੇ ਉਸ ਅੰਮ੍ਰਿਤਸਰ ਸਰੋਵਰ ਦੇ ਕੰਢੇ ਬੈਠਿਆਂ ਦਰਬਾਰ ਸਾਹਿਬ ਤੋਂ ਹੋ ਰਿਹਾ ਰੂਹਾਨੀਅਤ ਦੇ ਕੀਰਤਨ ਦੀ ਧੁਨ ਜਦੋਂ ਕੰਨਾਂ ਵਿੱਚ ਪੈਂਦੀ ਹੈ ਤਾਂ ਸੁਭਾਵਿਕ ਹੀ ਹਰ ਇੱਕ ਦੇ ਮੂੰਹੋਂ ਗੁਰੂ ਸਾਹਿਬ ਜੀ ਦੇ ਵਾਕ ਨਿਕਲ ਆਉਂਦੇ ਹਨ। ਡਿਠੈ ਸਭ ਥਾਪ ਨਹੀਂ ਤੁਧ ਜਿਹਿਆ। ਤਰਨ ਸਾਹਿਬ ਦੀ ਸਥਾਪਨਾ। ਅੰਮ੍ਰਿਤਸਰ ਤੋਂ ਕੋਈ 25 ਕਿਲੋਮੀਟਰ ਦੀ ਵਿੱਥ ਦੇ ਉੱਪਰ ਗੁਰੂ ਸਾਹਿਬ ਜੀ ਨੇ ਸਿੱਖ ਧਰਮ ਦੇ ਪ੍ਰਚਾਰ ਦੇ ਲਈ ਇੱਕ ਹੋਰ ਕੇਂਦਰ ਸਥਾਪਿਤ ਕਰਨ ਦੀ ਮਨਸ਼ਾ ਰੱਖਦਿਆਂ ਇੱਕ ਹੋਰ ਸਰੋਵਰ ਦੀ ਖੁਦਾਈ ਕਰਵਾਈ ਤੇ ਦਰਬਾਰ ਸਾਹਿਬ ਤੋਂ ਥੋੜੀ ਭਿੰਨਤਾ ਰੱਖਦਿਆਂ ਇੱਥੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਉਹਨਾਂ ਨੇ ਸਰੋਵਰ ਦੇ ਵਿਚਕਾਰ ਨਾ ਕਰਵਾ ਕੇ ਇੱਕ ਕੰਢੇ ਉੱਪਰ ਕਰਵਾਈ। ਉਸ ਵਕਤ ਜੋ ਕੋੜ ਦਾ ਰੋਗ ਹੈ ਉਹ ਬਹੁਤ ਜ਼ਿਆਦਾ ਫੈਲਿਆ ਸੀ ਤੇ ਲੋਕ ਕੋੜੀਆਂ ਨੂੰ ਜੋ ਵੀ ਇਸ ਰੋਗ ਤੋਂ ਪ੍ਰਭਾਵਿਤ ਹੋ ਜਾਂਦੇ ਸੀ ਉਹਨਾਂ ਦੇ ਨਾਲ ਹਰ ਤਰ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੰਦੇ ਸੀ। ਉਹਨਾਂ ਨੂੰ ਸਮਾਜ ਤੋਂ ਦੁਰਕਾਰ ਦਿੱਤਾ ਜਾਂਦਾ ਸੀ ਤਾਂ ਗੁਰੂ ਸਾਹਿਬ ਨੇ ਕੋੜੀਆਂ ਦੇ ਨਾਲ ਹੋਰ ਵੀ ਕਈ ਕਾਰਨਾਂ ਕਰਕੇ ਜੋ ਸਰੀਰਕ ਤੌਰ ਤੇ ਨਕਾਰਾ ਹੋ ਚੁੱਕੇ ਲੋਕ ਸੀ ਉਹਨਾਂ ਦੀ ਸੇਵਾ ਸੰਭਾਲ ਦੇ ਲਈ ਤਰਨਤਾਰਨ ਵਿਖੇ ਹੀ ਇੱਕ ਧਰਮਸ਼ਾਲਾ ਅਤੇ ਦਵਾਖਾਨਾ ਦੀ ਸਥਾਪਨਾ ਕੀਤੀ ਜੋ ਕਿ ਅੱਜ ਤੱਕ ਚੱਲ ਰਿਹਾ ਹੈ। ਕਰਤਾਰਪੁਰ ਸਾਹਿਬ ਦੀ ਸਥਾਪਨਾ। ਬਿਆਸ ਦਰਿਆ ਪਾਰ ਦੁਆਬੇ ਦੇ ਇਲਾਕੇ ਵਿੱਚ ਸਿੱਖ ਪ੍ਰਚਾਰ ਕੇਂਦਰ ਦੀ ਲੋੜ ਨੂੰ ਮਹਿਸੂਸ ਕਰਦਿਆਂ ਪੰਜਵੇਂ ਪਾਤਸ਼ਾਹ ਨੇ ਕੋਈ 1594 ਈਸਵੀ ਦੇ ਕਰੀਬ ਇੱਕ ਨਗਰ ਵਸਾਇਆ ਜਿਸ ਦਾ ਨਾਮ ਕਰਤਾਰਪੁਰ ਸਾਹਿਬ ਰੱਖਿਆ। ਇੱਥੇ ਗੁਰੂ ਸਾਹਿਬ ਨੇ ਇੱਕ ਲੱਕੜ ਦੇ ਥੰਮ ਦੇ ਸਹਾਰੇ ਗੁਰਦੁਆਰਾ ਸਾਹਿਬ ਦੇ ਹਾਲ ਦੀ ਉਸਾਰੀ ਕਰਵਾਈ ਜਿਸ ਕਰਕੇ ਅੱਜ ਵੀ ਉਸ ਗੁਰਦੁਆਰਾ ਸਾਹਿਬ ਨੂੰ ਥੰਮ ਸਾਹਿਬ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਹੈ। ਕਰਤਾਰਪੁਰ ਸ਼ਹਿਰ ਵਿੱਚ 9ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਇੱਕ ਲੰਮਾ ਸਮਾਂ ਬਿਤਾਇਆ। ਛੇਹਰਟਾ ਖੂਹ ਲਗਵਾਉਣਾ। ਅੰਮ੍ਰਿਤਸਰ ਸ਼ਹਿਰ ਤੋਂ ਕੁਝ ਹੀ ਦੂਰੀ ਤੇ ਇੱਥੇ ਰਹਿੰਦਿਆਂ ਗੁਰੂ ਸਾਹਿਬ ਨੇ
ਵਾਈ ਯੋਗ ਜ਼ਮੀਨ ਜੋ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਵਡਾਲੀ ਪਿੰਡ ਦੇ ਕੋਲ ਖਰੀਦ ਲਈ ਤੇ ਫਿਰ ਪਰਿਵਾਰ ਦੇ ਸਮੇਤ ਉੱਥੇ ਜਾ ਵਸੇਬਾ ਕੀਤਾ। ਗੁਰੂ ਕੀ ਵਡਾਲੀ ਪਿੰਡ ਵਿੱਚ ਰਹਿੰਦਿਆਂ ਹੋਇਆਂ ਹੀ, ਜੋ ਬਾਅਦ ਵਿੱਚ ਇਸ ਪਿੰਡ ਦਾ ਨਾਂ ਹੁਣ ਗੁਰੂ ਕੀ ਵਡਾਲੀ ਕਰਕੇ ਮਸ਼ਹੂਰ ਹੈ, ਇਸ ਪਿੰਡ ਵਿੱਚ ਰਹਿੰਦਿਆਂ ਹੀ ਗੁਰੂ ਸਾਹਿਬ ਜੀ ਦੇ ਘਰ ਪੁੱਤਰ ਦੀ ਦਾਤ ਦੀ ਬਖਸ਼ਿਸ਼ ਹੋਈ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜੋ ਸਿੱਖਾਂ ਦੇ 6ਵੇਂ ਗੁਰੂ ਹੋਏ। ਗੁਰੂ ਸਾਹਿਬ ਜੀ ਨੇ ਆਪਣੇ ਸਪੁੱਤਰ ਦੇ ਆਗਮਨ ਦੀ ਖੁਸ਼ੀ ਦੇ ਵਿੱਚ ਤੇ ਲੋਕਾਂ ਦੀ ਲੋੜ ਨੂੰ ਮਹਿਸੂਸ ਕਰਦਿਆਂ ਵਡਾਲੀ ਪਿੰਡ ਦੀ ਜ਼ਮੀਨ ਦੇ ਵਿੱਚ ਬਾਰ-ਬਾਰ ਇੱਕ 6 ਹਰਟਾ ਖੂਹ ਲਗਵਾਇਆ। 6 ਹਰਟਾਂ ਵਾਲਾ ਖੂਹ ਲਗਵਾਉਣਾ ਉਸ ਵੇਲੇ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਗੱਲ ਸੀ, ਕਿਉਂਕਿ ਇਸ ਤੋਂ ਪਹਿਲਾਂ ਵੱਧ ਤੋਂ ਵੱਧ 2 ਜਾਂ ਜ਼ਿਆਦਾਤਰ 1 ਹਰਟ ਵਾਲਾ ਖੂਹ ਹੀ ਲੱਗਦਾ ਸੀ, ਉਹ ਵੀ ਅਮੀਰ ਜ਼ਿਮੀਂਦਾਰਾਂ ਜਾਂ ਰਾਜਿਆਂ ਮਹਾਰਾਜਿਆਂ ਦੇ ਘਰ। ਤਾਂ ਇਸ ਖੂਹ ਦੇ ਦੁਆਲੇ ਜਦੋਂ ਇੱਥੋਂ ਪਾਣੀ ਦੀ ਜੋ ਲੋੜ ਆ ਲੋਕਾਂ ਦੀ ਪੂਰੀ ਹੋਣ ਲੱਗੀ, ਤਾਂ ਇਸ ਦੇ ਆਲੇ ਦੁਆਲੇ ਵੀ ਵਸੇਬਾ ਸ਼ੁਰੂ ਹੋ ਗਿਆ ਤੇ ਜੋ ਅੱਜ ਕੱਲ੍ਹ ਛੇਹਰਟਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸ੍ਰੀ ਹਰਗੋਬਿੰਦਪੁਰ ਨਗਰ ਦੀ ਸਥਾਪਨਾ ਆਪਣੇ ਸਪੁੱਤਰ ਹਰਗੋਬਿੰਦ ਸਾਹਿਬ ਦੇ ਨਾਮ ਦੇ ਉੱਪਰ ਬਟਾਲਾ ਸ਼ਹਿਰ ਤੋਂ ਥੋੜ੍ਹੀ ਦੂਰ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਮੰਸ਼ਾ ਦੇ ਨਾਲ ਇੱਛਾ ਰੱਖਦਿਆਂ ਗੁਰੂ ਸਾਹਿਬ ਜੀ ਨੇ ਇੱਕ ਨਗਰ ਵਸਾਇਆ ਜੋ ਸ੍ਰੀ ਹਰਗੋਬਿੰਦਪੁਰ ਨਾਂ ਦੇ ਨਾਲ ਮਸ਼ਹੂਰ ਹੈ। ਬੌਲੀ ਸਾਹਿਬ ਲਗਵਾਉਣਾ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਮਿਲਣ ਤੋਂ ਪਹਿਲਾਂ ਵੀ ਕਾਫੀ ਸਮਾਂ ਆਪਣੇ ਗੁਰੂ ਪਿਤਾ ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਲਾਹੌਰ ਵਿਖੇ ਰਹਿਣ ਦਾ ਮੌਕਾ ਮਿਲਿਆ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੇ ਜਨਮ ਸਥਾਨ ਉੱਪਰ ਇੱਕ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਤੇ ਉਸ ਤੋਂ ਥੋੜੀ ਦੂਰ ਡੱਬੀ ਬਾਜ਼ਾਰ ਲਾਹੌਰ ਵਿੱਚ ਇੱਕ ਪਾਣੀ ਦੀ ਬੌਲੀ ਖੁਦਵਾਈ ਜੋ ਅੱਜ ਵੀ ਚਾਲੂ ਹੈ। ਗੁਰਬਾਣੀ ਪ੍ਰਾਤਨ ਹਵਾਲਿਆਂ ਅਨੁਸਾਰ ਇੱਕ ਦਿਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਜੋ ਰਿਸ਼ਤੇ ਵਿੱਚ ਆਪ ਜੀ ਦੇ ਨਾਨਾ ਜੀ ਸਨ, ਆਪ ਖੇਡਦੇ ਖੇਡਦੇ ਉਹਨਾਂ ਦੇ ਆਸਣ ਉੱਪਰ ਜਾ ਬੈਠੇ। ਪਿਆਰ ਨਾਲ ਗੁਰੂ ਅਮਰਦਾਸ ਜੀ ਨੇ ਆਪ ਜੀ ਨੂੰ ਗੋਦ ਵਿੱਚ ਲਿਆ ਤੇ ਕਿਹਾ, ਦੋਇਤਾ ਗੁਰੂ ਕਾ ਦੋਇਤਾ ਬਾਣੀ ਕਾ ਬੋਇਥਾ। ਤੇ ਸੱਚਮੁੱਚ ਹੀ ਪੰਜਵੇਂ ਪਾਤਸ਼ਾਹ ਨੇ ਬੜੀ ਵਿਸ਼ਾਲ ਬਾਣੀ ਦੀ ਰਚਨਾ ਕੀਤੀ। ਉਹਨਾਂ ਨੇ ਕੁੱਲ 30 ਰਾਗਾਂ ਦੇ ਵਿੱਚ ਬਾਣੀ ਦਾ ਉਚਾਰਨ ਕੀਤਾ ਤੇ ਉਹਨਾਂ ਦੀਆਂ ਕੁਝ ਮੁੱਖ ਰਚਨਾਵਾਂ ਸੁਖਮਨੀ ਸਾਹਿਬ, 52 ਅੱਖਰੀ, 12 ਮਾਹ, ਥਿੱਤੀ, ਪੈਰੇ, ਅੰਜਲੀਆਂ, ਰੁੱਤੀ ਆਦਿ ਮੁੱਖ ਤੌਰ ਤੇ ਪੜ੍ਹੀਆਂ ਜਾਂਦੀਆਂ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਗੁਰੂ ਸਾਹਿਬਾਨਾਂ ਦੁਆਰਾ ਰਚੀ ਗਈ ਬਾਣੀ ਦੀ ਪੋਥੀ ਗੁਰਗੱਦੀ ਦੇ ਮੌਕੇ ਹੀ ਚੌਥੇ ਪਾਤਸ਼ਾਹ ਨੇ ਆਪ ਜੀ ਦੇ ਹਵਾਲੇ ਕਰ ਦਿੱਤੀ ਸੀ। ਗੁਰੂ ਸਾਹਿਬ ਨੇ ਪਹਿਲੇ ਚਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਤੇ ਆਪਣੀ ਜੋ ਰਚਨਾਵਾਂ ਸਨ ਉਹਨਾਂ ਨੂੰ ਮਿਲਾ ਕੇ ਤੇ ਕੁਝ ਹੋਰ ਭਗਤਾਂ ਤੇ ਭੱਟਾਂ ਦੀਆਂ ਜੋ ਯੋਗ ਰਚਨਾਵਾਂ ਸਨ ਉਹਨਾਂ ਨੂੰ ਇੱਕ ਬੀੜ ਦੇ ਰੂਪ ਦੇ ਵਿੱਚ ਜਲਦਬੰਦ ਕੀਤਾ, ਜਿਸ ਨੂੰ ਆਦਿ ਬੀੜ ਆਦਿ ਗ੍ਰੰਥ ਦੇ ਨਾਮ ਤੇ ਜਾਣਿਆ ਜਾਂਦਾ ਹੈ। ਇਹ ਗੁਰੂ ਅਰਜਨ ਦੇਵ ਜੀ ਦੇ ਮਹਾਨ ਪਰਉਪਕਾਰਾਂ ਵਿੱਚੋਂ ਕੀਤਾ ਗਿਆ ਮਨੁੱਖਤਾ ਦੇ ਉੱਪਰ ਇੱਕ ਵੱਡਾ ਪਰਉਪਕਾਰ ਸੀ। ਗੁਰੂ ਸਾਹਿਬ ਜੀ ਨੇ ਇਸ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜੋ 1604 ਈਸਵੀ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਆਪਣੀ ਹਾਜ਼ਰੀ ਦੇ ਵਿੱਚ ਕਰਵਾਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਮੁੱਖ ਗ੍ਰੰਥੀ ਦੀ ਤੇ ਪਹਿਲੇ ਗ੍ਰੰਥੀ ਦੀ ਜੋ ਸੇਵਾ ਬਖਸ਼ਿਸ਼ ਕੀਤੀ। ਸੰਪਾਦਨਾ ਕਰਾਉਣ ਮੌਕੇ ਸੱਚੀ ਤੇ ਕੱਚੀ ਬਾਣੀ ਦੀ ਪਰਖ ਗੁਰੂ ਸਾਹਿਬ ਜੀ ਨੇ ਆਪ ਕੀਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਦੀ ਸੇਵਾ ਜੋ ਉਹ ਭਾਈ ਗੁਰਦਾਸ ਜੀ ਕੋਲੋਂ ਲਈ ਗਈ। ਸ਼ਹਾਦਤ ਗੁਰੂ ਅਰਜਨ ਪਾਤਸ਼ਾਹ ਅੱਗੇ ਸੀਸ ਝੁਕਾਉਂਦਾ ਗੁਰੂ ਦਾ ਹਰ ਸਿੱਖ ਆਪ ਮੁਹਾਰੇ ਕਹਿ ਉੱਠਦਾ ਹੈ, ਧੰਨ ਗੁਰੂ ਅਰਜਨ ਪੰਜਵੇਂ ਪਾਤਸ਼ਾਹ, ਤੂੰ ਬਖਸ਼ੀ ਸਾਨੂੰ ਸ਼ਹੀਦੀਆਂ ਦੀ ਦਾਤ ਹੈ। ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪੰਜਵੇਂ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਜੀ ਦੇ ਇਹਨਾਂ ਮਾਂ ਵਾਕਾਂ ਨੂੰ ਅਮਲੀ ਜਾਮਾ ਪਹਿਨਾਉਂਦਿਆਂ ਹੋਇਆਂ ਸਮੇਂ ਦੇ ਹਾਕਮਾਂ ਰਾਜਿਆਂ ਮਹਾਰਾਜਿਆਂ ਦੇ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਦਿਆਂ ਉਸ ਅਕਾਲ ਪੁਰਖ ਦੀ ਹੋਣ ਦੀ ਗਵਾਹੀ ਦਿੰਦਿਆਂ ਸ਼ਹਾਦਤ ਨੂੰ ਮਨਜ਼ੂਰ ਕੀਤਾ। ਬਹੁਤ ਸੰਖੇਪ ਵਿੱਚ ਨਾ ਜਾਂਦਿਆਂ ਇਤਿਹਾਸਕ ਜੋ ਕਾਰਨ ਰਹਿ ਗੁਰੂ ਸਾਹਿਬ ਦੀ ਸ਼ਹਾਦਤ ਦੇ ਪਿੱਛੇ ਨਾ ਜਾਂਦਿਆਂ ਤਾਂ
ਅਸੀਂ ਇਸ ਗੱਲ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੇ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੇ ਸਿੱਖ ਇਤਿਹਾਸ ਦੇ ਵਰਕਿਆਂ ਉੱਪਰ ਇੱਕ ਨਵੇਂ ਸ਼ਬਦ ਦਾ ਆਗਾਜ਼ ਕੀਤਾ, ਸ਼ਹੀਦ, ਸ਼ਹਾਦਤ। ਤੇ ਇਸ ਸ਼ਬਦ ਨੇ ਸਿੱਖ ਇਤਿਹਾਸ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਂਦਾ ਤੇ ਹਰ ਸਿੱਖ ਦੇ ਅੰਦਰ ਜ਼ੁਲਮ ਤੇ ਜ਼ਾਲਮ ਦੇ ਨਾਲ ਅੰਤਲੇ ਸਾਹਾਂ ਤੱਕ ਟੱਕਰ ਲੈਣ ਦਾ ਜਜ਼ਬਾ ਭਰ ਦਿੱਤਾ। ਪਰਉਪਕਾਰੀ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀਆਂ ਇਹਨਾਂ ਮਹਾਨ ਦਾਤਾਂ ਨੂੰ ਸਿੱਖ ਹੀ ਨਹੀਂ, ਕੁੱਲ ਲਕਾਈ ਹਮੇਸ਼ਾ ਸਿਰ ਝੁਕਾਉਂਦੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।